ਅਸਲਾਮੁਅਲੈਕੁਮ ਸ਼ਾਨੀ ਜੱਟ ਵੀਲੌਗ ਦੇ ਵਿੱਚ ਤੁਹਾਨੂੰ ਸਭ ਨੂੰ ਖੁਸ਼ਾਮਦੀਦ। ਤੁਸੀਂ ਜਿੱਥੇ ਵੀ ਹੋ ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਲੋ ਜੀ, PSL ਸਟਾਰਟ ਹੋ ਗਿਆ ਜੇ, ਠੀਕ ਹੈ। ਤੇ PSL ਦੇ ਸਟਾਰਟ ਹੋਣ ਦੇ ਨਾਲ ਕਈ ਲੋਕ ਐਸੇ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਪਸੰਦ ਵੀ ਕਰਦੇ ਨੇ ਅਤੇ ਕਈ ਐਸੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਕੋਈ ਕਹਿੰਦਾ ਕਿ ਜੀ ਕਿ PSL ਨਹੀਂ ਹੋਣੀ ਚਾਹੀਦੀ ਸੀ, ਕੋਈ ਕਹਿੰਦਾ ਕਿ ਜੀ PSL ਹੋਣੀ ਚਾਹੀਦੀ ਸੀ, ਠੀਕ ਹੈ। ਹੁਣ ਜਿਹੜੇ ਕਹਿੰਦੇ ਨੇ ਕਿ PSL ਨਹੀਂ ਹੋਣੀ ਚਾਹੀਦੀ ਸੀ, ਉਹ ਕਹਿੰਦੇ ਨੇ ਕਿ ਜੀ ਜੰਗ ਲੱਗੀ ਹੈ ਅਤੇ ਤੁਸੀਂ ਇੱਥੇ ਖੁਸ਼ੀਆਂ ਮਨਾ ਰਹੇ ਹੋ। ਅਤੇ ਜਿਹੜੇ ਕਹਿ ਰਹੇ ਨੇ ਕਿ ਨਹੀਂ ਜੀ PSL ਹੋਣੀ ਚਾਹੀਦੀ ਸੀ, ਉਹਨਾਂ ਦਾ ਕਹਿਣਾ ਹੈਗਾ ਕਿ ਜੀ ਕਿ ਜੰਗ ਲੱਗੀ ਹੋਈ ਜ਼ਰੂਰ ਹੈ, ਲੇਕਿਨ ਅਸੀਂ ਲੋਕਾਂ ਨੂੰ ਅਤੇ ਪੂਰੀ ਦੁਨੀਆ ਨੂੰ ਇਹ ਦੱਸਣਾ ਹੈ ਕਿ ਅਸੀਂ ਜ਼ਿੰਦਾ ਦਿਲਾਨੇ ਕੌਮ ਹੈਗੇ ਹਾਂ ਅਤੇ ਅਸੀਂ ਕਿਸੇ ਜੰਗ ਵਗੈਰਾ ਤੋਂ ਨਹੀਂ ਡਰਦੇ ਹੈਗੇ। ਅੱਛੀ ਗੱਲ ਹੈ, ਦੋਵਾਂ ਦੇ ਮੌਕਫ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਕਿ ਕੌਣ ਹੱਕ 'ਚ ਅਤੇ ਕੌਣ ਹੱਕ ਦੇ 'ਚ ਨਹੀਂ ਹੈਗਾ। ਅੱਛਾ, ਹੁਣ ਤਮਾਸ਼ਾਈ ਜਿਹੜੇ ਨੇ ਉਹਨਾਂ ਨੂੰ ਜਿਹੜਾ ਨਾ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਕਿ ਉਹ ਸਟੇਡੀਅਮ ਦੇ ਵਿੱਚ ਆਉਣ। ਕਿਫਾਇਤਸ਼ੁਆਰੀ ਚੱਲ ਰਹੀ ਹੈ, ਪੈਟਰੋਲ ਮਹਿੰਗਾ ਹੋਇਆ ਪਿਆ, ਬਿਜਲੀ ਜਿਹੜੀ ਹੈ ਨਾ ਉਹਦੀ ਵੀ ਪੈਦਾਵਾਰ ਜਿਹੜੀ ਨਾ ਉਹਦੇ 'ਤੇ ਵੀ ਅਸਰ ਪਏਗਾ ਅਤੇ ਸੜਕਾਂ ਵੀ ਜਿਹੜੀਆਂ ਨੇ ਬਲੋਕ ਹੋਣਗੀਆਂ। ਅਤੇ ਇਹਨੂੰ ਮੱਦੇਨਜ਼ਰ ਰੱਖਦੇ ਹੋਇਆ ਗੌਰਮੈਂਟ ਨੇ ਤਮਾਸ਼ਾਈਆਂ ਨੂੰ ਜਿਹੜਾ ਨਾ ਸਟੇਡੀਅਮ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਘਰ ਬੈਠ ਕੇ ਜਿਹੜਾ ਨਾ ਮੈਚ ਵੇਖੋ। ਬਸ ਇਹ ਇੱਕ ਜਿਹੜਾ ਨਾ ਉਹ ਇਹਦਾ ਸਾਈਡ ਇਫੈਕਟ ਹੈਗਾ ਕਿ ਤਮਾਸ਼ਾਈ ਜਿਹੜੇ ਨੇ ਨਾ ਲਾਈਵ ਉੱਥੇ ਜਾ ਕੇ ਵੇਖਣ ਤੋਂ ਜਿਹੜਾ ਨਾ ਸਟੇਡੀਅਮ ਦੇ ਵਿੱਚ ਵੇਖਣ ਤੋਂ ਮਹਿਰੂਮ ਨੇ। ਤੁਸੀਂ ਹੁਣ ਕੰਪੇਅਰ ਕਰੋ, ਇੰਡੀਆ ਦੇ ਵਿੱਚ ਵੀ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋਏ ਪਏ ਨੇ, ਬਹੁਤ ਜ਼ਿਆਦਾ ਖ਼ਰਾਬ ਹੋਏ ਪਏ ਨੇ, ਠੀਕ ਹੈ। ਅਤੇ ਇੰਡੀਆ ਦੇ ਵਿੱਚ ਅਤੇ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਹਾਲਾਤ ਖ਼ਰਾਬ ਨੇ। ਉੱਥੇ ਤਾਂ ਬਕਾਇਦਾ ਲਾਈਨਾਂ ਲੱਗੀਆਂ ਪਈਆਂ ਨੇ ਪੈਟਰੋਲਾਂ ਦੀਆਂ, ਅਤੇ ਉਹ ਤੁਸੀਂ ਦੇਖ ਲਓ ਜਗ੍ਹਾ ਜਗ੍ਹਾ 'ਤੇ ਪੈਟਰੋਲ ਪੰਪ ਦੇ ਵਿੱਚ ਕਈ ਪੈਟਰੋਲ ਪੰਪ ਅਗਲਿਆਂ ਨੇ ਜਲਾ ਵੀ ਦਿੱਤੇ ਨੇ। ਇਹ ਉਹ ਖਬਰਾਂ ਨੇ ਜਿਹੜੀਆਂ ਤੁਹਾਨੂੰ ਕੋਈ ਨਹੀਂ ਦੱਸ ਰਿਹਾ, ਲੇਕਿਨ ਅਸੀਂ ਦੇਖ ਰਹੇ ਹਾਂ ਅਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਨੇ ਇੱਕ ਦੋ ਪੈਟਰੋਲ ਪੰਪ ਜਲਾ ਵੀ ਦਿੱਤੇ ਨੇ ਕਿਉਂਕਿ ਪੈਟਰੋਲ ਨਹੀਂ ਮਿਲ ਰਿਹਾ। ਲੋਕ ਇੰਨੇ ਗੁੱਸੇ ਦੇ ਵਿੱਚ ਨੇ, ਨਾ ਉਹਨਾਂ ਨੂੰ LPG ਮਿਲ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਮਿਲਦੀ ਪਈ ਹੈ ਪੈਟਰੋਲ ਮਿਲ ਰਿਹਾ, ਠੀਕ ਹੈ। ਕਿਉਂਕਿ ਪੈਟਰੋਲ ਦੀ ਕਿੱਲਤ ਹੈਗੀ ਹੈ, ਨਾਲੇ ਮਹਿੰਗਾਈ ਉੱਥੇ 10 ਗੁਣਾ ਜ਼ਿਆਦਾ ਹੈਗੀ ਹੈ ਪਾਕਿਸਤਾਨ ਨਾਲੋਂ। ਅਤੇ ਪਾਕਿਸਤਾਨ ਦੇ ਵਿੱਚ ਵੀ ਮਹਿੰਗਾਈ ਹੈਗੀ ਹੈ, ਪੈਟਰੋਲ ਮਹਿੰਗਾ ਹੋ ਗਿਆ, ਫਿਰ ਮਹਿੰਗਾ ਕਰ ਦਿੱਤਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ। ਅਤੇ ਉਹ ਇਸੇ ਗੱਲੋਂ ਕੀਤਾ ਹੈ ਕਿ ਆਵਾਮ ਜਿਹੜੀ ਹੈ ਨਾ ਉਹ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਪੈਟਰੋਲ ਮਹਿੰਗਾ ਹੈ ਅਤੇ ਨਾ ਗੱਡੀਆਂ ਨੂੰ ਜਿਹੜਾ ਨਾ ਬੇਮਕਸਦ ਘਰੋਂ ਬਾਹਰ ਕੱਢਣ, ਮੋਟਰਸਾਈਕਲਾਂ ਦਾ ਇਸਤੇਮਾਲ ਜ਼ਿਆਦਾ ਨਾ ਕਰਨ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਪੈਦਲ ਚਲੋ, ਸਾਈਕਲ ਦਾ ਇਸਤੇਮਾਲ ਕਰ ਲਓ, ਠੀਕ ਹੈ। ਮੁਖਤਸਰ ਰਾਸਤੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਜੇ ਪੈਦਲ ਚੱਲ ਕੇ ਵੀ ਜਿਹੜਾ ਨਾ ਤੈਅ ਕਰ ਲਓਗੇ, ਜਾਂ ਤੁਸੀਂ ਮਿਸਾਲ ਦੇ ਤੌਰ 'ਤੇ ਕਿਤੇ ਦੁਕਾਨ 'ਤੇ ਜਾਣਾ ਹੈ ਜਾਂ ਕੋਈ ਸਬਜ਼ੀ ਲੈਣ ਜਾਣਾ ਜਾਂ ਦੁੱਧ ਲੈਣ ਜਾਣਾ, ਕੁਝ ਵੀ ਕੋਈ ਅਤੇ ਜੇ 10 ਮਿੰਟ ਦਾ ਰਸਤਾ ਹੈ ਜਾਂ 15 ਮਿੰਟ ਦਾ, 20 ਮਿੰਟ ਦਾ, ਅਤੇ ਉਹ ਤੁਹਾਡੀ ਵਾਕ ਹੋ ਜਾਏਗੀ। ਇੱਕ ਤਾਂ ਤੁਹਾਡੀ ਸਿਹਤ ਵੀ ਅੱਛੀ ਹੋ ਜਾਏਗੀ ਅਤੇ ਦੂਸਰਾ ਹੈਗਾ ਕਿ ਤੁਹਾਨੂੰ ਜਿਹੜਾ ਨਾ ਤੁਹਾਡੀ ਬੱਚਤ ਵੀ ਹੋ ਜਾਏਗੀ। ਅਤੇ ਇਹ ਜਿੰਨੀ ਦੇਰ ਤੱਕ ਜਨਾਬੇ ਵਾਲੀ ਇਹ ਜੰਗ ਲੱਗੀ ਹੈ ਅਤੇ ਇਹ ਜਨਾਬ ਪੈਟਰੋਲ ਜਿਹੜਾ ਨਾ ਇਹ ਪੂਰੀ ਦੁਨੀਆ ਦੇ ਵਿੱਚ ਮਹਿੰਗਾ ਹੋ ਰਿਹਾ ਅਤੇ ਇਹ ਜਿਹੜਾ ਨਾ ਹੋਣਾ ਹੀ ਰਹਿਣਾ। ਆਉਂਦੇ ਹਾਂ PSL ਦੇ ਵਿੱਚ। ਜਨਾਬ PSL ਦੇ ਜਿਹੜੀ ਇਫਤਤਾਹੀ ਤਕਰੀਬ ਸੀ ਉਹਦੇ ਵਿੱਚ ਪੰਜਾਬ ਦੀ ਜਿਹੜੀ ਵਜ਼ੀਰ ਆਲਾ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੇ ਸ਼ਿਰਕਤ ਕੀਤੀ, ਠੀਕ ਹੈ। ਅਤੇ ਮਰੀਮ ਨਵਾਜ਼ ਸਾਹਿਬਾ ਨੇ ਬਾਕਾਇਦਾ ਤੌਰ 'ਤੇ ਜਿਹੜਾ ਹੈ ਨਾ ਕਿ ਹਰ ਜਿਹੜੇ ਪਲੇਅਰ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਠੀਕ ਹੈ। ਅਤੇ ਉੱਥੇ ਵਸੀਮ ਅਕਰਮ ਜਿਹੜੇ ਲੈਜੈਂਡ ਫਾਸਟ ਬੋਲਰ ਨੇ ਉਹ ਵੀ ਮੌਜੂਦ ਹੈਗੇ ਸਨ, ਅਤੇ ਮੋਹਸਨ ਨਕਵੀ ਸਾਹਿਬ ਵਜ਼ੀਰ ਦਾਖਲਾ ਉਹ ਵੀ ਮੌਜੂਦ ਹੈਗੇ ਸਨ। ਅਤੇ ਉਹਨਾਂ ਨੇ ਬਾਕਾਇਦਾ ਉਹ ਮੈਚ ਲਾਈਵ ਦੇਖਿਆ ਅਤੇ ਉਹਦੀ ਜਿਹੜੀ ਸੀ ਨਾ ਓਪਨਿੰਗ ਇਨੈਗੋਰੇਸ਼ਨ ਜਿਹੜੀ ਸੀ ਉਹ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੇ ਕੀਤੀ। ਹੁਣ ਇਹਦੇ ਉੱਤੇ ਜਿਹੜੇ ਆਪਣੇ ਪਾਕਿਸਤਾਨੀ ਕੌਮੀ ਖਿਲਾੜੀ ਨੇ ਨਸੀਮ ਸ਼ਾਹ ਸਾਹਿਬ, ਫਾਸਟ ਬੋਲਰ ਹੈਗੇ ਨੇ ਅਤੇ ਪਾਕਿਸਤਾਨ ਦਾ ਹੀਰੋ ਵੀ ਹੈਗਾ ਉਹ ਬੰਦਾ ਹੈ ਜਿਹਨੇ ਅਫਗਾਨਿਸਤਾਨ ਦੇ ਖਿਲਾਫ 2 ਮੈਚ ਜਿਹੜੇ ਸਨ ਸਾਨੂੰ ਜਿਤਵਾਏ, ਠੀਕ ਹੈ। 2 ਮੈਚ ਕਿ ਪਾਕਿਸਤਾਨ ਬੁਰੀ ਹੱਦ ਤੱਕ ਜਿਹੜਾ ਸੀ ਨਾ ਉਹ ਫਸ ਚੁੱਕਿਆ ਸੀ ਅਤੇ ਕੋਈ ਚਾਂਸ ਨਹੀਂ ਸੀ ਕਿ ਪਾਕਿਸਤਾਨ ਜਿੱਤ ਜਾਂਦਾ, ਲੇਕਿਨ ਨਸੀਮ ਸ਼ਾਹ ਨੇ ਐਂਡ 'ਤੇ ਜਿਹੜਾ ਸੀ ਨਾ ਛੱਕੇ ਮਾਰ ਕੇ 2 ਮੈਚਾਂ ਦੇ ਵਿੱਚ ਅਤੇ ਜਿਹੜਾ ਸੀ ਨਾ ਉਹ ਮੈਚ ਦਾ ਪਾਂਸਾ ਪਲਟਿਆ ਅਤੇ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਕਰ ਦਿੱਤਾ। ਹੁਣ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਕੁਛ ਲੋਕ ਜਿਹੜੇ ਨੇ ਉਹ ਨਸੀਮ ਸ਼ਾਹ ਸਾਹਿਬ ਨੂੰ ਅਫਗਾਨਿਸਤਾਨ ਦਾ ਬਸ਼ਿੰਦਾ ਕਹਿ ਰਹੇ ਨੇ ਜਾਂ ਅਫਗਾਨੀ ਕਹਿ ਰਹੇ ਨੇ, ਅਤੇ ਮੈਂ ਇਸ ਚੀਜ਼ ਦੀ ਬਿਲਕੁਲ ਵੀ ਜਿਹੜਾ ਨਾ ਮਜ਼ੱਬਤ ਕਰਨਾ ਸਖਤੀ ਦੇ ਨਾਲ, ਕਿਉਂਕਿ ਨਸੀਮ ਸ਼ਾਹ ਜਿਹੜਾ ਨਾ ਉਹ ਅਫਗਾਨਿਸਤਾਨ ਤੋਂ ਬਿਲੋਂਗ ਨਹੀਂ ਕਰਦਾ, ਉਹ ਪਾਕਿਸਤਾਨ ਤੋਂ ਬਿਲੋਂਗ ਕਰਦਾ।
ਉਹਦਾ ਤਾਲੁਕ ਪਿਸ਼ਾਵਰ ਤੋਂ ਹੈਗਾ, ਠੀਕ ਹੈ। KPK ਤੋਂ ਉਹਦਾ ਤਾਲੁਕ ਹੈਗਾ, ਪਠਾਨ ਹੈਗਾ, ਪਖਤੂਨ ਭਰਾ ਹੈ ਸਾਡਾ, ਠੀਕ ਹੈ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਹੀਰੋ ਵੀ ਹੈਗਾ। ਤੇ ਲਿਹਾਜ਼ਾ ਸਾਨੂੰ ਜਿਹੜਾ ਨਾ ਬੇਸ਼ੱਕ ਤਨਕੀਦ ਕਰਨੀ ਚਾਹੀਦੀ ਹੈ, ਲੇਕਿਨ ਤਨਕੀਦ ਦੇ ਨਾਲ ਇਹ ਨਹੀਂ ਕਿ ਤੁਸੀਂ ਬਿਲਕੁਲ ਹੀ ਜਿਹੜਾ ਨਾ ਬਿਲੋ ਦੇ ਬੈਲਟ ਚਲੇ ਜਾਓ ਅਤੇ ਅਗਲੇ ਦੀ ਨੈਸ਼ਨੈਲਿਟੀ ਦੇ ਉੱਤੇ ਤੁਸੀਂ ਸ਼ੱਕ ਕਰਨਾ ਸ਼ੁਰੂ ਕਰ ਦਿਓ ਜਾਂ ਉਹਦੀ ਮੁਹੱਬੇ ਵਤਨੀ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿਓ, ਅਤੇ ਇਹ ਬਿਲਕੁਲ ਵੀ ਠੀਕ ਨਹੀਂ ਹੈਗਾ। ਹੁਣ ਨਸੀਮ ਸ਼ਾਹ ਨੇ ਜਿਹੜਾ ਇੱਕ ਟਵੀਟ ਕੀਤਾ, ਉਹ ਕੀਤਾ ਸੀ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਦੇ ਖਿਲਾਫ। ਉਹਨੇ ਕਿਹਾ ਕਿ ਜੀ ਕਿ ਇਹਨਾਂ ਨੂੰ ਇੰਨਾ ਪ੍ਰੋਟੋਕੋਲ ਕਿਉਂ ਮਿਲ ਰਿਹਾ, ਕਿਆ ਇਹ ਕੁਈਨ ਹੈਗੇ ਨੇ, ਕਿਆ ਇਹ ਲਾਰਡਸ ਦਾ ਗਰਾਊਂਡ ਹੈ ਜਿੱਥੇ ਇਸ ਤਰ੍ਹਾਂ ਹੋ ਰਿਹਾ। ਅਤੇ ਮੈਂ ਨਸੀਮ ਸ਼ਾਹ ਸਾਹਿਬ ਨੂੰ ਸਿਰਫ ਇੰਨਾ ਕਹਾਂਗਾ ਕਿ ਜਨਾਬੇ ਅਲੀ ਉਹ ਇੱਕ ਖਾਤੂਨ ਹੈ, ਅਤੇ ਖਾਤੂਨ ਭਾਵੇਂ ਕੋਈ ਵੀ ਹੋਏ, ਤੁਹਾਡੀ ਮੁਖਾਲਫ ਵੀ ਕਿਉਂ ਨਾ ਹੋਏ, ਤੁਹਾਡੇ ਉੱਤੇ ਉਹਦਾ ਇਹਤਰਾਮ ਜਿਹੜਾ ਨਾ ਉਹ ਲਾਜ਼ਮ ਅਤੇ ਮਲਜ਼ੂਮ ਹੈ। ਸਾਡਾ ਮਜ਼ਹਬ ਵੀ ਸਾਨੂੰ ਇਹੀ ਦਰਸ ਦਿੰਦਾ ਹੈ। ਸਾਡੇ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਹਮੇਸ਼ਾ ਔਰਤ ਦੀ ਇਹਤਰਾਮ ਅਤੇ ਉਹਦੇ ਨਾਲ ਇੱਜ਼ਤ ਦੇ ਨਾਲ ਪੇਸ਼ ਆਉਣ ਦਾ ਦਰਸ ਦਿੱਤਾ, ਅਤੇ ਅਸੀਂ ਉਹਨਾਂ ਦੇ ਉਮਤੀ ਹੀ ਹਾਂ, ਅਤੇ ਲਿਹਾਜ਼ਾ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੀ ਤਾਲੀਮਾਤ ਦੇ ਉੱਤੇ ਅਮਲ ਕਰੀਏ, ਠੀਕ ਹੈ। ਹੁਣ ਨਸੀਮ ਸ਼ਾਹ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ 'ਚੋਂ ਸ਼ਹਬਾਜ਼ ਸ਼ਰੀਫ ਸਾਹਿਬ ਦੇ ਨਾਲ ਹੱਥ ਮਿਲਾ ਰਹੇ ਨੇ, ਲੇਕਿਨ ਬੜੇ ਗੁੱਸੇ ਦੇ ਨਾਲ ਮਿਲਾ ਰਹੇ ਨੇ, ਮੂੰਹ ਉਹਨਾਂ ਦਾ ਕਿੱਥੇ ਵੀ ਅਤੇ ਹੱਥ ਕਿਤੇ ਵੀ ਹੈਗਾ। ਹੁਣ ਇੱਥੋਂ ਤੇ ਅੰਦਾਜ਼ਾ ਹੋ ਗਿਆ ਹੈ ਕਿ ਨਸੀਮ ਸ਼ਾਹ ਦਾ ਤਾਲੁਕ ਜਿਹੜਾ ਹੈਗਾ ਨਾ ਉਹ ਇੱਕ ਸਿਆਸੀ ਪਾਰਟੀ ਦੇ ਨਾਲ ਹੈ ਜਿਹਦਾ ਨਾਮ PTI ਹੈ, ਅਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਨਸੀਮ ਸ਼ਾਹ ਜਿਹੜਾ ਹੈਗਾ ਨਾ ਉਹ ਇਮਰਾਨ ਖਾਨ ਲਵਰ ਹੈਗਾ, ਠੀਕ ਹੈ। ਅਤੇ ਉਹ ਬੜੀ ਹੱਦ ਤੱਕ ਜਿਹੜਾ ਨਾ ਇਸ ਪਾਰਟੀ ਨੂੰ ਸਪੋਰਟ ਕਰਦਾ। ਲੇਕਿਨ ਮੈਂ ਸਿਰਫ ਇੰਨਾ ਕਹਾਂਗਾ ਕਿ ਤੁਸੀਂ ਹੁਣ ਜਿਹੜਾ ਨਾ ਇੱਕ ਕ੍ਰਿਕਟਰ ਹੈਗੇ ਹੋ, ਇੱਕ ਖਿਲਾੜੀ ਹੋ, ਅਤੇ ਤੁਹਾਡਾ ਤਾਲੁਕ ਪਾਕਿਸਤਾਨ ਦੇ ਨਾਲ ਹੈ, ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਹੈਗਾ, ਠੀਕ ਹੈ। ਜੇ ਤੁਸੀਂ ਸਿਆਸਤ ਕਰਨੀ ਹੈ ਤਾਂ ਤੁਸੀਂ ਪਲੀਜ਼ ਬਰਾਏ ਮਿਹਰਬਾਨੀ ਕ੍ਰਿਕਟ ਨੂੰ ਛੱਡ ਦਿਓ ਅਤੇ ਤੁਸੀਂ PTI ਨੂੰ ਜੁਆਇਨ ਕਰੋ, ਅਤੇ ਤੁਸੀਂ ਇਲੈਕਸ਼ਨ ਲੜੋ, ਸਿਆਸਤਦਾਨ ਬਣੋ, ਅਤੇ ਤੁਸੀਂ ਫਿਰ ਜੋ ਕਰਨਾ ਚਾਹੁੰਦੇ ਹੋ, ਜਿਸ ਤਰ੍ਹਾਂ ਤੁਹਾਡਾ ਲੀਡਰ ਕਹਿੰਦਾ ਤੁਸੀਂ ਉਸ ਤਰ੍ਹਾਂ ਕਰੋ। ਲੇਕਿਨ ਤੁਸੀਂ ਇਹ ਮਤ ਕਰੋ ਕਿ ਤੁਸੀਂ ਕ੍ਰਿਕਟ ਦੇ ਖਿਲਾੜੀ ਬਣ ਕੇ ਅਤੇ ਕ੍ਰਿਕਟ ਦਾ ਬੇੜਾ ਗਰਕ ਕਰੋ, ਉਹਦੇ 'ਚ ਸਿਆਸਤ ਲੈ ਆਓ ਅਤੇ ਆਪਣੇ ਮੁਖਾਲਫੀਨ ਦੇ ਬਾਰੇ 'ਚ ਗਲਤ ਟਵੀਟਾਂ ਕਰੋ। ਪਹਿਲੀ ਤਾਂ ਗੱਲ ਇਹ ਹੈ ਕਿ PCB ਨੇ ਕੁਝ ਕਾਨੂੰਨ ਸੈੱਟ ਕੀਤੇ ਹੋਏ ਨੇ, ਰੂਲਸ ਅਤੇ ਰੈਗੂਲੇਸ਼ਨ ਬਣਾਏ ਨੇ ਕਿ ਜਿਹਦੀ ਖਿਲਾਫ ਵਰਜ਼ੀ ਕੋਈ ਖਿਲਾੜੀ ਕਰ ਨਹੀਂ ਸਕਦਾ, ਲੇਕਿਨ ਨਸੀਮ ਸ਼ਾਹ ਨੇ ਇਹ ਖਿਲਾਫ ਵਰਜ਼ੀ ਕੀਤੀ ਹੈ। ਇਹਨੂੰ ਜਿਹੜੀ ਸਜ਼ਾ ਮਿਲੀ ਹੈ ਨਸੀਮ ਸ਼ਾਹ ਨੂੰ 2 ਕਰੋੜ ਰੁਪਏ ਦੀ, ਮੈਂ ਸਮਝਦਾ ਕਿ ਇਹ ਬਹੁਤ ਘੱਟ ਸਜ਼ਾ ਹੈ, ਬਹੁਤ ਘੱਟ ਸਜ਼ਾ ਹੈ। ਇਹਨੂੰ ਕਮ ਅਜ਼ ਕਮ ਬੈਨ ਕਰਨਾ ਚਾਹੀਦਾ ਸੀ ਕ੍ਰਿਕਟ ਤੋਂ, ਠੀਕ ਹੈ। ਜੇ ਤੁਸੀਂ ਇਹਨੂੰ ਫਾਈਨੈਂਸ਼ਲੀ ਵੀ ਜਿਹੜਾ ਸੀ ਇਹਨੂੰ ਜੁਰਮਾਨਾ ਕਰਨਾ ਸੀ, ਅਤੇ ਇਹਨੂੰ ਕਮ ਅਜ਼ ਕਮ ਕੋਈ 15-20 ਕਰੋੜ ਦਾ ਜੁਰਮਾਨਾ ਕਰ ਦੇ ਤਾਂ ਕਿ ਇਹਦੇ 14 ਤਬਕ ਰੋਸ਼ਨ ਹੋ ਜਾਂਦੇ। ਦੂਸਰੇ ਜਿੰਨੇ ਵੀ ਖਿਲਾੜੀ ਨੇ ਜਿਹੜੇ ਕਿ ਜ਼ਿਆਦਾਤਰ, ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿ ਸਕਦਾ, ਗਰੰਟੀ ਦੇ ਨਾਲ ਕਿ ਇਸ ਟਾਈਮ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਸਭ ਤੋਂ ਜ਼ਿਆਦਾ ਉਹ ਲੋਕ ਨੇ ਜਿਨ੍ਹਾਂ ਦਾ ਤਾਲੁਕ PTI ਦੇ ਨਾਲ ਹੈਗਾ, ਜਿਹੜੇ ਇਮਰਾਨ ਲਵਰ ਨੇ, ਅਤੇ ਉਹਦੀ ਮੁਹੱਬਤ ਦੇ ਵਿੱਚ ਪਾਕਿਸਤਾਨ ਦੇ ਨਾਲ ਨਹੀਂ, ਪਾਕਿਸਤਾਨ ਵੱਲੋਂ ਨਹੀਂ ਖੇਡਦੇ, ਪਾਕਿਸਤਾਨ ਦੇ ਖਿਲਾਫ ਖੇਡਦੇ ਨੇ। ਤੁਸੀਂ ਇਹ ਦੇਖੋ ਕਿ ਇੰਡੀਆ ਦੇ ਖਿਲਾਫ ਇਹਨਾਂ ਦਾ ਰਿਕਾਰਡ ਜਿਹੜਾ ਨਾ ਉਹ ਇੰਨਾ ਬੁਰਾ ਹੈ ਕਿ ਪਿਛਲੇ 4 ਮੈਚ ਇਹਨਾਂ ਨੇ ਖੇਲੇ ਨੇ ਇੰਡੀਆ ਦੇ ਖਿਲਾਫ, ਅਤੇ 1 ਮੈਚ ਨਹੀਂ ਜਿੱਤਿਆ, ਅਤੇ 4 ਬੁਰੀ ਤਰੀਕੇ ਦੇ ਨਾਲ ਹਾਰ ਗਏ ਨੇ, ਠੀਕ ਹੈ। ਕਿਉਂਕਿ ਇਹਨਾਂ ਨੂੰ ਦੱਸਿਆ ਜਾਂਦਾ, ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇੰਡੀਆ ਦੇ ਖਿਲਾਫ ਕਦੀ ਨਹੀਂ ਜਿੱਤਣਾ, ਕਿਉਂਕਿ ਇੰਡੀਆ ਦੀ ਪੂਰੀ ਸਪੋਰਟ ਇਸ ਪਾਰਟੀ ਦੇ ਨਾਲ ਹੈਗੀ ਹੈ, ਠੀਕ ਹੈ। ਬਾਕੀ ਤੁਸੀਂ ਦੇਖ ਲਓ, ਇਹ ਪਿੱਛੇ ਵਰਲਡ ਕੱਪ ਹੋਇਆ, ਬੁਰੀ ਤਰੀਕੇ ਨਾਲ ਹਾਰ ਕੇ ਅਤੇ ਟੂਰਨਾਮੈਂਟ ਤੋਂ ਬਾਹਰ ਹੋਈ। ਫਿਰ ਆ ਬੰਗਲਾਦੇਸ਼ ਟੀਮ ਗਈ ਹੈ, ਹਾਰ ਗਈ, ਠੀਕ ਹੈ। ਅਤੇ ਉਸ ਤੋਂ ਪਹਿਲੇ ਏਸ਼ੀਆ ਕੱਪ ਹੋਇਆ, ਉਹ ਵੀ ਹਾਰ। ਕੋਈ ਐਸਾ ਟੂਰਨਾਮੈਂਟ ਮੈਨੂੰ ਤੁਸੀਂ ਦੱਸ ਲਓ ਕਿ ਜਿਹਦੇ 'ਚ ਇਹਨਾਂ ਨੇ ਕੋਈ ਬਰਤਰੀ ਹਾਸਿਲ ਕੀਤੀ ਹੋਈ, ਜਾਂ ਕੋਈ ਵਿਕਟਰੀ ਲਿੱਤੀ ਹੋਈ, ਜਾਂ ਕੋਈ ਇਹਨਾਂ ਨੇ ਕੋਈ ਜਿੱਤ ਹਾਸਿਲ ਕੀਤੀ ਹੈ, ਜਾਂ ਕੋਈ ਕੱਪ ਜਿੱਤਿਆ ਹੋਇਆ। ਇਹ 2018 ਤੋਂ ਲੈ ਕੇ 2026 ਤੱਕ ਭਾਈਜਾਨ ਕ੍ਰਿਕਟ ਟੀਮ ਦਾ ਬੇੜਾ ਗਰਕ ਕਰ ਦਿੱਤਾ, ਠੀਕ ਹੈ। ਇੱਕ ਤਾਂ ਇਮਰਾਨ ਖਾਨ ਨੇ ਸਭ ਤੋਂ ਪਹਿਲੇ ਜਿਹੜਾ ਵਾਰ ਕੀਤਾ ਕਿ ਜਿਹੜੀ ਡਿਪਾਰਟਮੈਂਟਲ ਕ੍ਰਿਕਟ ਸੀ ਉਹਨੂੰ ਖ਼ਤਮ ਕਰ ਦਿੱਤਾ, ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਕਿ ਜਿੰਨੇ ਵੀ ਮਾਜ਼ੀ ਦੇ ਪਲੇਅਰ ਹੈਗੇ ਸਨ, ਜਿਹਦੇ 'ਚ ਜ਼ਹੀਰ ਅब्बास ਸੀ, ਜਵੇਦ ਮੀਆਂ ਦਾਸ ਸੀ, ਮਾजिद ਖਾਨ ਸੀ, ਠੀਕ ਹੈ, ਮੋਹਸਨ ਹਸਨ ਖਾਨ ਸੀ, ਇਹਨਾਂ ਨੇ ਬਕਾਇਦਾ ਡੈਡਲੀ ਕ੍ਰਿਟਿਸਿਜ਼ਮ ਕੀਤੀ ਇਮਰਾਨ ਖਾਨ ਦੇ ਇਸ ਫੈਸਲੇ 'ਤੇ ਕਿ ਇਹਨੇ ਇਹ ਡਿਪਾਰਟਮੈਂਟਲ ਕ੍ਰਿਕਟ ਖਤਮ ਕਰਿਆ, ਪਾਕਿਸਤਾਨ ਦੀ ਕ੍ਰਿਕਟ ਦਾ ਬੇੜਾ ਗਰਕ ਕਰ ਦਿੱਤਾ, ਠੀਕ ਹੈ। ਅਤੇ ਉਹ ਦੇਖ ਲਓ ਉਹੀ ਹੋਇਆ ਜੇ। ਹਾਲੇ ਤੱਕ ਪਾਕਿਸਤਾਨ ਦੀ ਕ੍ਰਿਕਟ ਜਿਹੜੀ ਨਾ ਆਪਣੇ ਪੈਰਾਂ 'ਤੇ ਨਹੀਂ ਖੜੀ ਹੋਈ। ਜਿੰਨੀ ਦੇਰ ਤੱਕ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਰਿਹਾ, ਪਾਕਿਸਤਾਨ ਨੇ ਕੋਈ ਕੱਪ ਨਹੀਂ ਜਿੱਤਿਆ। ਇਹ ਜਦੋਂ ਦਾ ਇਮਰਾਨ ਖਾਨ ਉਤਰ ਵੀ ਗਿਆ,
ਉਦੋਂ ਦਾ ਵੀ ਤੁਸੀਂ ਦੇਖ ਲਓ ਕਿ ਪਾਕਿਸਤਾਨ ਹਾਲੇ ਤੱਕ ਕੋਈ ਕਾਮਯਾਬੀ ਹਾਸਿਲ ਨਹੀਂ ਕਰ ਰਿਹਾ। 2-3 ਵਰਲਡ ਕੱਪ ਗੁਜ਼ਰ ਚੁੱਕੇ ਨੇ T20 ਦੇ, ਇੱਕ ਵੀ ਵਰਲਡ ਕੱਪ ਪਾਕਿਸਤਾਨ ਨੇ ਨਹੀਂ ਜਿੱਤਿਆ। ਏਸ਼ੀਆ ਕੱਪ ਕਿੰਨੇ ਹੀ ਹੋ ਚੁੱਕੇ ਨੇ, ਇੱਕ ਵੀ ਨਹੀਂ ਜਿੱਤਿਆ। ਕਿੰਨੇ ਹੀ ਟੂਰਨਾਮੈਂਟ ਹੋਏ, ਇੱਕ ਵੀ ਨਹੀਂ ਜਿੱਤਿਆ। ਠੀਕ ਹੈ, ਬਜਾਏ ਇਸੇ ਕਿ ਇਹ ਵੱਡੀਆਂ ਟੀਮਾਂ ਕੋਲੋਂ ਜਿੱਤਦੇ ਕੋਈ ਮਾਰਜ, ਇਹ ਛੋਟੀਆਂ ਟੀਮਾਂ ਕੋਲੋਂ ਵੀ ਜਿਹੜਾ ਸੀ ਨਾ ਇਹ ਬੜੀ ਮੁਸ਼ਕਿਲਾਂ ਦੇ ਨਾਲ ਜਿੱਤੇ। ਰਨ ਰੇਟ ਬਿਲਕੁਲ ਇਹਨਾਂ ਦਾ ਘੱਟ ਹੁੰਦਾ ਤੇ ਉਸ ਹਿਸਾਬ ਦੇ ਨਾਲ ਇਹ ਕੁਆਲੀਫਾਈ ਨਹੀਂ ਕਰਦੇ। ਤੁਸੀਂ ਆਪ ਹਿਸਾਬ ਲਾ ਲਓ ਕਿ ਇਹਨਾਂ ਨੇ ਸਿਆਸਤ ਇਸ ਹੱਦ ਤੱਕ ਵਾਰ ਲਿੱਤੀ ਹੈ ਕ੍ਰਿਕਟ ਦੇ ਵਿੱਚ ਕਿ ਜਨਾਬ ਇਹਨਾਂ ਨੇ ਕਸਮ ਖਾ ਲਿੱਤੀ ਹੈ ਕਿ ਅਸੀਂ ਪਾਕਿਸਤਾਨ ਦੀ ਜਿਹੜੀ ਨਾ ਪੂਰੀ ਦੁਨੀਆ ਦੇ ਵਿੱਚ ਅਦਾਲਤ ਕਰਾਣੀ। ਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਜਿਹੜੇ ਆਪਣੇ ਮੋਹਸਨ ਨਕਵੀ ਸਾਹਿਬ ਨੇ ਚੇਅਰਮੈਨ PCB ਕਿ ਜਨਾਬ ਆਲੀ ਤੁਸੀਂ ਹਰ ਵਾਰੀ ਕਹਿੰਦੇ ਹੋ ਕਿ ਅਸੀਂ ਇੱਕ ਸਰਜਰੀ ਕਰਾਂਗੇ, ਐਸੀ ਸਰਜਰੀ ਕਰਾਂਗੇ ਕਿ ਜਿਹਦੇ ਵਿੱਚ ਪਤਾ ਲਾਵਾਂਗੇ ਕਿ ਕਿਹੜਾ ਜਿਹੜਾ ਹੈ ਨਾ ਉਹ ਪਾਕਿਸਤਾਨ ਦੇ ਖਿਲਾਫ ਹੈ ਕਿ ਕਿਹੜਾ ਪਾਕਿਸਤਾਨ ਦੇ ਨਾਲ ਹੈ। ਲੇਕਿਨ ਤੁਸੀਂ ਹਾਲੇ ਤੱਕ ਆਪਣੀ ਸਰਜਰੀ ਜਿਹੜਾ ਨਾ ਉਹ ਸਟਾਰਟ ਨਹੀਂ ਕੀਤੀ, ਸ਼ੁਰੂ ਨਹੀਂ ਕੀਤੀ। ਜੇ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਬਈ ਕੌਣ ਪਾਕਿਸਤਾਨ ਦੇ ਖਿਲਾਫ ਹੈ ਤੇ ਕੌਣ ਪਾਕਿਸਤਾਨ ਦੇ ਹੱਕ ਦੇ ਵਿੱਚ ਹੈਗਾ। ਲੇਕਿਨ ਮੇਰਾ ਮੰਨਣਾ ਇਹ ਵੇ ਕਿ ਇਸ ਟਾਈਮ ਜਿੰਨੇ ਵੀ ਪਲੇਅਰਸ ਹੈਗੇ ਨੇ, ਜਿੰਨੇ ਵੀ ਹੈਗੇ ਨੇ, ਤੇ ਉਹ ਸਾਰੇ ਜਿਹੜੇ ਵੀ ਨੇ ਨਾ ਉਹ ਇਸ ਟਾਈਮ ਪਾਕਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈਗੇ, ਪਾਕਿਸਤਾਨ ਦੇ ਖਿਲਾਫ ਹੀ ਕਰ ਰਹੇ ਨੇ। ਤੁਸੀਂ ਰਿਕਾਰਡ ਚੈੱਕ ਕਰ ਲਓ 2018 ਤੋਂ ਲੈ ਕੇ 2026 ਤੱਕ ਤੇ ਤੁਹਾਨੂੰ ਸਮਝ ਆ ਜਾਏਗਾ ਕਿ ਹਾਂ ਬਈ ਮੇਰੀ ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ, ਕਿ ਮੈਂ ਕਿੰਨਾ ਗਲਤ ਕਹਿਣੇ ਤੇ ਕਿੰਨਾ ਸੱਚ ਕਹਿਣੇ। ਠੀਕ ਹੈ, ਤੇ ਨਸੀਮ ਸ਼ਾਹ ਸਿਰਫ ਕੱਲਾ ਨਹੀਂ ਹੈ, ਬਹੁਤ ਹੈਗੇ ਨੇ। ਤੇ ਸਦਾ ਸਿਰਫ ਨਸੀਮ ਸ਼ਾਹ ਨੂੰ ਐਸੇ ਕੋਲੋਂ ਮਿਲੀ ਕਿਉਂਕਿ ਉਹ ਖੁੱਲ੍ਹ ਕੇ ਸਾਹਮਣੇ ਆ ਗਿਆ। ਬਾਕੀ ਜਿਹੜੇ ਨੇ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਇਹਨਾਂ ਦਾ WhatsApp ਚੈੱਕ ਕਰੋ, ਤੁਹਾਨੂੰ ਪਤਾ ਚੱਲ ਜਾਏਗਾ। ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਕਿ ਵੀ ਕਿਹੜਾ ਇਸ ਟਾਈਮ ਜਿਹੜਾ ਨਾ ਉਹ ਪਾਕਿਸਤਾਨ ਦੇ ਨਾਲ ਖੇਲ ਰਿਹਾ ਤੇ ਕਿਹੜਾ ਪਾਕਿਸਤਾਨ ਦੇ ਖਿਲਾਫ ਖੇਲ ਰਿਹਾ। ਕੌਣ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਾ ਰਿਹਾ ਤੇ ਕੌਣ ਜਿਹੜਾ ਨਾ ਪਾਕਿਸਤਾਨ ਦੇ ਖਿਲਾਫ ਨਾਰੇ ਲਾ ਰਿਹਾ। ਇਹ ਤੁਹਾਨੂੰ ਸਭ ਸਮਝ ਆ ਜਾਏਗੀ। ਤੇ ਲਿਹਾਜ਼ਾ ਨਸੀਮ ਸ਼ਾਹ ਨੂੰ ਜਿਹੜਾ ਜੁਰਮਾਨਾ ਕੀਤਾ 2 ਕਰੋੜ ਦਾ, ਇਹ ਬਹੁਤ ਘੱਟ ਹੈ। ਅਸੀਂ ਅਪੀਲ ਕਰਨੇ ਆ ਮੋਹਸਨ ਨਕਵੀ ਸਾਹਿਬ ਦੇ ਅੱਗੇ ਕਿ ਇਹਨੂੰ ਕਮ ਸੇ ਕਮ 10 ਸਾਲ ਦੀ ਸਜ਼ਾ ਦਿਓ ਨਸੀਮ ਸ਼ਾਹ ਨੂੰ। ਠੀਕ ਹੈ, ਤੂੰ ਸਾਨੂੰ 2 ਮੈਚ ਜਿਤਵਾਏ ਲੇਕਿਨ ਤੇਰੀ ਬੌਲਿੰਗ ਦੇ ਵਿੱਚ ਉਹ ਅਸਰ ਨਹੀਂ ਹੈਗਾ, ਉਹ ਤਾਸੀਰ ਨਹੀਂ ਹੈਗੀ ਕਿ ਜਿਹਦੀ ਵਜ੍ਹਾ ਨਾਲ ਅਸੀਂ ਇਹ ਕਹਿ ਸਕੀਏ ਕਿ ਹਾਂ ਵੀ ਨਸੀਮ ਸ਼ਾਹ ਜਿਹੜਾ ਨਾ ਉਹ ਮੈਚ ਵਿਨਰ ਬਾਊਲਰ ਹੈਗਾ। ਤੇ ਤੁਹਾਡੇ 'ਚ ਉਹ ਇੰਨੀ ਕੈਪੇਬਿਲਿਟੀ ਨਹੀਂ ਹੈਗੀ। ਇਹ PSL ਜਦੋਂ ਦਾ ਸਟਾਰਟ ਹੋਇਆ ਤੁਸੀਂ 2-3 ਮੈਚ ਖੇਲ ਚੁੱਕੇ ਹੋ ਤੇ ਤੁਹਾਡੀ ਪਰਫਾਰਮੈਂਸ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ ਕਿ ਤੁਹਾਡੀ ਕੁੱਲ ਪਰਫਾਰਮੈਂਸ ਕੀ ਹੈਗੀ। ਤੇ ਲਿਹਾਜ਼ਾ ਨਸੀਮ ਸ਼ਾਹ ਵਰਗੇ ਜਿੰਨੇ ਵੀ ਨੇ ਇਹਨਾਂ ਨੂੰ ਬਕਾਇਦਾ ਇਬਰਤ ਦਾ ਨਿਸ਼ਾਨ ਬਣਾਓ ਤੇ ਇਹਨਾਂ ਨੂੰ ਚੁਣ ਕੇ ਤੇ ਇਹਨਾਂ ਨੂੰ ਬਾਹਰ ਕੱਢੋ ਟੀਮ ਤੋਂ। ਤੇ ਐਸੇ ਪਲੇਅਰ ਲੈ ਕੇ ਆਓ ਜਿਹੜੇ ਪਾਕਿਸਤਾਨ ਦੇ ਨਾਲ ਖੇਡਣ, ਜਿਹੜੇ ਸਿਆਸਤ ਨਾ ਕਰਨ, ਜਿਨ੍ਹਾਂ ਨੂੰ ਇਹ ਸਰੋਕਾਰ ਨਾ ਹੈ ਕਿ ਕਿਹਦੀ ਹਕੂਮਤ ਹੈ ਤੇ ਕਿਹਦੀ ਹਕੂਮਤ ਨਹੀਂ ਹੈ। ਇਹਨਾਂ ਨੂੰ ਸਿਰਫ ਇਹ ਸਰੋਕਾਰ ਹੋਣਾ ਚਾਹੀਦਾ ਕਿ ਅਸੀਂ ਪਾਕਿਸਤਾਨ ਦੇ ਨਾਲ ਖੇਡਣਾ ਤੇ ਅਸੀਂ ਪਾਕਿਸਤਾਨੀ ਹਾਂ ਤੇ ਪਾਕਿਸਤਾਨੀ ਪਲੇਅਰ ਹੈਗੇ ਹਾਂ। ਬਸ ਇੰਨੀ ਗੱਲ ਮੈਂ ਕਹਿਣੀ ਸੀ ਤੇ ਉਮੀਦ ਹੈ ਕਿ ਸਭ ਨੂੰ ਜਿਹੜਾ ਨਾ ਮੇਰੀ ਗੱਲ ਦੀ ਜਿਹੜੀ ਨਾ ਉਹ ਮੁਕੰਮਲ ਤੌਰ 'ਤੇ ਸਮਝ ਆ ਗਈ ਹੋਏਗੀ ਕਿ ਮੈਂ ਕਹਿ ਕੀ ਰਿਹਾ। ਬਾਕੀ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਹਮੇਸ਼ਾ ਪਾਇੰਦਾਬਾਦ।